ਤੂੰ ਅਥਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਉਜਲ ਕਹਿਹਾਂ ਚਿਲਕਣਾ ਕੋਟ ਮਕਾਲੜੀ ਮਸ। ਆਪਾਂ ਗੁਰੂਦੇਵ ਜੀ ਦੀ ਬਖਸ਼ਿਸ਼ ਅਨੁਸਾਰ ਕਈ ਵਾਰੀ ਪਹਿਲਾਂ ਇਹ ਵਿਚਾਰ ਚੁੱਕੇ ਹਾਂ। ਗੁਰੂਦੇਵ ਜੀ ਮਿਹਰ ਕਰਨ, ਬਖਸ਼ਿਸ਼ ਕਰਨ। ਅੱਜ ਆਪਾਂ ਇੱਕ ਭਾਈ ਗੁਰਦਾਸ ਜੀ ਦੀ ਵਾਰ ਕਿ ਗੁਰਮੁਖਾਂ ਦੀ ਜੀਵਨ ਜੁਗਤ ਕੀ ਹੁੰਦੀ ਹੈ ਉਸ ਨੂੰ ਵਿਚਾਰਦੇ ਹਾਂ। ਭਾਈ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਗੁਰਮੁਖ ਕੌਣ ਹੁੰਦਾ ਹੈ। ਗੁਰਮੁਖ ਉਹ ਹੁੰਦਾ ਹੈ ਜਿਹਦਾ ਮੁੱਖ ਗੁਰੂ ਵੱਲ ਹੁੰਦਾ ਹੈ, ਭਾਵ ਜਿਹਦਾ ਧਿਆਨ ਗੁਰੂ ਸ਼ਬਦ ਵਿੱਚ ਹੁੰਦਾ ਹੈ, ਭਾਵ ਜਿਹੜੀ ਸੁਰਤ ਸ਼ਬਦ ਗੁਰੂ ਦੇ ਨਾਲ ਜੁੜੀ ਹੁੰਦੀ ਹੈ, ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਪਰ ਗੁਰਮੁਖ ਸੁਗੜ ਕਦੋਂ ਬਣਦਾ ਹੈ, ਭਾਵ ਸਿਆਣਾ ਕਦੋਂ ਬਣਦਾ ਹੈ, ਸਿਆਣੇ ਸੱਜਣਾ 'ਚ ਕਦੋਂ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਨੌ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਸਾਰੀ ਦੁਨੀਆ ਸਾਰੇ ਮੁਲਕਾਂ ਤੋਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੀ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੀ ਆ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਭਾਈ ਇਕੱਲੇ ਦਰਸ਼ਨ ਕਰਨ ਦੇ ਨਾਲ ਡਿੱਠੇ ਮੁਕਤ ਨਾ ਹੋਵਈ। ਇਕੱਲੇ ਦਰਸ਼ਨ ਕਰਨ ਦੇ ਨਾਲ ਤੁਹਾਨੂੰ ਜੀਵਨ ਦੇ ਬੰਧਨਾਂ 'ਚੋਂ ਮੁਕਤੀ ਨਹੀਂ ਮਿਲੇਗੀ। ਇਕੱਲੇ ਦਰਸ਼ਨ ਕਰਨ ਦੇ ਨਾਲ ਫਿਰ ਮਹਾਰਾਜ ਕਿੱਦਾਂ ਮਿਲੇਗੀ ਮੁਕਤੀ, ਕਿੱਦਾਂ ਅਸੀਂ ਜੀਵਨ ਤੋਂ ਉੱਚੇ ਉੱਠਾਂਗੇ। ਮਹਾਰਾਜ ਕਹਿੰਦੇ ਨੇ ਕਿ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਚਰ ਮਤਲਬ ਜਿੰਨਾ ਚਿਰ ਤੱਕ ਤੂੰ ਗੁਰੂ ਜੀ ਦੇ ਬੋਲੇ ਹੋਏ, ਗੁਰਬਾਣੀ ਦੇ ਵਿੱਚ ਬੋਲੇ ਹੋਏ ਸ਼ਬਦਾਂ ਦੀ ਵਿਚਾਰ ਆਪਦੇ ਹਿਰਦੇ ਵਿੱਚ ਧਾਰਨ ਨਹੀਂ ਕਰਦਾ, ਭਾਵ ਕਿ ਤੂੰ ਉਸ ਨੂੰ ਪ੍ਰੈਕਟੀਕਲ ਜ਼ਿੰਦਗੀ ਵਿੱਚ ਨਹੀਂ ਲੈ ਆਉਂਦਾ, ਉਨਾ ਚਿਰ ਤੱਕ ਤੇਰੇ ਜਿਹੜੇ ਇਹ ਹਉਮੈ ਦੀ ਮੈਲ ਆ ਨਾ, ਜਿਹੜੇ ਤੇਰੇ ਬੰਧਨ ਨੇ ਉਹ ਨਹੀਂ ਟੁੱਟਣੇ ਅਤੇ ਤੇਰਾ ਪਰਮਾਤਮਾ ਦੇ ਨਾਮ ਦੇ ਨਾਲ, ਸ਼ਬਦ ਦੇ ਨਾਲ ਪਿਆਰ ਨਹੀਂ ਬਣਨਾ। ਮਹਾਰਾਜ ਕਹਿੰਦੇ ਨੇ ਕਿ ਜਿਚਰ ਸ਼ਬਦ ਨਾ ਕਰੇ ਵਿਚਾਰ, ਹਉਮੈ ਮੈਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ। ਪਰਮਾਤਮਾ ਦੇ ਨਾਮ ਦੇ ਨਾਲ ਤੇਰਾ ਪਿਆਰ ਨਹੀਂ ਲੱਗਣਾ ਹੈਗਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਤਾਂ ਜਿਹੜੇ ਗੁਰਮੁਖਾਂ ਨੇ, ਜਿਹੜੇ ਗੁਰੂ ਦੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ, ਸੁਣਿਆ ਅਤੇ ਸੁਣ ਕੇ ਉਹਦੇ ਵਿੱਚ ਪਿਆਰ ਰੱਖਿਆ, ਪਿਆਰ ਰੱਖ ਕੇ ਗੁਰੂਦੇਵ ਜੀ ਅੱਗੇ ਅਰਦਾਸ ਕੀਤੀ ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਦੇ ਤੌਰ 'ਤੇ ਆ ਜਾਵੇ, ਉਹਨਾਂ ਦੇ ਅਮਲੀ ਰੂਪ ਦੇ ਵਿੱਚ ਆ ਜਾਵੇ। ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਉਹ ਗੁਰਮੁਖ ਲੋਕ ਸੁਗੜ ਬਣੇ, ਉਹ ਗੁਰਮੁਖ ਲੋਕ ਸੁਗੜ ਸੁਜਾਨ ਬਣੇ, ਜਿਹੜੇ ਗੁਰੂ ਦੀ ਸਮਝ ਨੂੰ ਆਪਦੇ ਹਿਰਦੇ ਵਿੱਚ ਧਾਰਨ ਕਰਕੇ ਪ੍ਰੈਕਟੀਕਲ ਤੌਰ 'ਤੇ ਜੀਵਨ ਲੱਗ ਗਏ। ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ। ਜਦੋਂ ਕੋਈ ਇਨਸਾਨ ਗੁਰੂ ਜੀ ਦੀ ਮੱਤ ਲੈ ਕੇ ਪ੍ਰੈਕਟੀਕਲੀ ਤੌਰ 'ਤੇ ਜੀਣ ਲੱਗ ਜਾਂਦਾ ਸੰਸਾਰ ਦੇ ਵਿੱਚ, ਉਹਨੂੰ ਇੱਕ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਕਿ ਮਹਿਮਾਣੀ ਮਹਿਮਾਨ ਮਜਲਿਸ ਆਇਆ। ਜਿਵੇਂ ਹੀ ਸਾਡੇ ਹਿਰਦੇ ਵਿੱਚ ਗੁਰੂ ਜੀ ਦੀ ਮੱਤ ਆਉਂਦੀ ਆ ਅਤੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਇੱਥੇ ਸ਼ੋਰਟ ਟਰਮ ਆ, ਅਸੀਂ ਇੱਥੇ ਥੋੜ੍ਹ ਚਿਰ ਆ, ਸਾਡੇ ਕੋਲ ਬਾਹਲਾ ਸਮਾਂ ਨਹੀਂ ਹੈਗਾ ਧਰਤੀ ਦੇ ਉੱਤੇ ਜੀਣ ਦਾ। ਜਿਵੇਂ ਕੋਈ ਮਹਿਮਾਨ ਇੱਕ ਦੂਜੇ ਨੂੰ ਮਿਲਣ ਜਾਂਦੇ ਨੇ ਅਤੇ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਸਵੇਰੇ ਚਲੇ ਜਾਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੈਸੇ ਰੈਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਹੀ ਸਵੇਰਾ ਹੋਇਆ ਅਤੇ ਉਹਨਾਂ ਨੇ ਚੱਲਣਾ ਪੈਣਾ ਉਹਨਾਂ ਨੂੰ। ਅਤੇ ਪਰ ਇਨਸਾਨ ਦੇ ਅੰਦਰ ਇੱਕ ਕਮਜ਼ੋਰੀ ਆ ਅਤੇ ਇਹ ਉੱਥੇ ਪਕੜ ਬਣਾ ਲੈਂਦਾ, ਜਿੱਥੇ ਥੋੜ੍ਹੇ ਚਿਰ ਵਾਸਤੇ ਰਹਿਣਾ ਨਾ ਉੱਥੇ ਪਕੜ ਬਣਾ ਲੈਂਦਾ। ਮਹਾਰਾਜ ਕਹਿੰਦੇ ਨੇ, ਕੁਐਸਚਨ ਕਰਦੇ ਆ ਮਹਾਰਾਜ ਸਾਨੂੰ, ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ। ਇਹ ਫੁੱਲਾਂ ਦੀ ਬਾਗਾਤ ਦੀ ਤਰ੍ਹਾਂ ਜਿਹੜੇ ਫੁੱਲ ਹੁਣ ਖਿੜੇ ਹੋਏ ਨੇ ਅਤੇ ਸ਼ਾਮ ਨੂੰ ਉਹਨਾਂ ਨੇ ਮੁਰਝਾ ਜਾਣਾ ਹੈ। ਭਾਈ ਤੂੰ ਇਹ ਚੀਜ਼ਾਂ ਨੂੰ ਪਕੜ ਕੇ ਨਾ ਬੈਠ, ਭਾਵ ਕਿ ਮੇਰੀ ਨਾ ਕਰ। ਮਹਾਰਾਜ ਕਹਿੰਦੇ ਕਿ ਕਿਆ ਤੂੰ ਰੱਤਾ ਗ੍ਰਿਸਤ ਸਿਉ
ਸਭ ਫੁੱਲਾਂ ਕੀ ਬਾਗਾਤ। ਤੂੰ ਗ੍ਰਸਤ ਦੇ ਵਿੱਚ ਰਹਿਣਾ, ਇੱਦਾਂ ਰਹਿ ਕਿ ਇਹ ਪਰਮਾਤਮਾ ਨੇ ਮੈਨੂੰ ਗਿਫਟ ਦਿੱਤੀ ਹੋਈ ਆ। ਬੱਚੇ ਆ ਪਰਮਾਤਮਾ ਦਾ ਗਿਫਟ ਨੇ, ਅਤੇ ਇਹ ਉਹਨਾਂ ਦੀ ਤੇਰੇ ਕੋਲੇ ਇੱਕ ਜ਼ਿੰਮੇਵਾਰੀ ਲਾਈ ਆ ਪਰਮਾਤਮਾ ਨੇ ਕਿ ਤੂੰ ਉਹਨਾਂ ਦੀ ਸੇਵਾ ਕਰਨੀ ਆ। ਅਤੇ ਕੋਈ ਪਾਰਟਨਰ ਆ ਤੇਰਾ, ਹਸਬੈਂਡ ਆ, ਵਾਈਫ ਆ, ਹੈ ਨਾ, ਅਤੇ ਇੱਕ ਦੂਜੇ ਦਾ ਸੰਗ ਮਾਣ ਕੇ ਚੱਲ, ਨਾ ਕਿ ਉਹਨੂੰ ਪਰਮਾਨੈਂਟ ਲੈ, ਗਰੰਟੀਡ ਲੈ। ਮਹਾਰਾਜ ਕਹਿੰਦੇ ਨੇ ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰ ਹੈ, ਜਿਨ ਦੀਆ ਸੋ ਪ੍ਰਭ ਲੋੜ। ਧਿਆਨ ਰੱਖ ਇਸ ਗੱਲ ਦਾ। ਸਰ ਪਰ ਆ ਬੜਾ ਪਿਆਰਾ ਸ਼ਬਦ ਆ। ਸਰ ਪਰ ਹੁੰਦਾ ਡੈਫੀਨੇਟਲੀ, ਨਿਸ਼ਚੇ ਹੀ। ਸਰ ਪਰ ਉੱਠੀ ਚੱਲਣਾ, ਇੱਕ ਦਿਨ ਤੈਨੂੰ ਇਹ ਧਰਤੀ ਛੱਡ ਕੇ ਜਾਣੀ ਪੈਣੀ ਆ ਭਰਾਵਾ। ਇਹ ਗੱਲ ਚੇਤੇ ਵਿੱਚ ਰੱਖ, ਇਹ ਗੱਲ ਧਿਆਨ ਵਿੱਚ ਰੱਖ। ਕਾਲ ਬਿਆਲ ਜਿਉ ਪਰਹੂ ਡੋਲੇ। ਕਾਲ ਦਾ, ਸਮੇਂ ਦਾ ਨਾਗ ਆ ਜਿਹੜਾ, ਉਹ ਤੇਰੇ ਸਿਰ ਦੇ ਉੱਤੇ ਲਗਾਤਾਰ ਪੈਂਡੂਲਮ ਚੱਲ ਰਿਹਾ। ਟਿਕ 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 ਟਿਕ। ਕਾਲ ਬਿਆਲ ਜਿਉ ਪਰਹੂ ਡੋਲੇ, ਮੁੱਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗਰਸ ਹੈ। ਇਹਨੇ ਡੰਗ ਮਾਰ ਦੇਣਾ ਇੱਕ ਦਿਨ। ਉਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਨੇ ਸਮਝ ਰੱਖੋ ਚੀਤ। ਧਿਆਨ ਰੱਖ ਇਸ ਗੱਲ ਦਾ, ਸਮਝ ਰੱਖ। ਇਸ ਨਾਗ ਨੇ ਤੈਨੂੰ ਡੰਗ ਮਾਰਨਾ, ਸਮੇਂ ਦੇ ਨਾਗ ਨੇ, ਕਾਲ ਦੇ ਨਾਗ ਨੇ। ਜਿਹੜੇ ਸਮੇਂ ਨੇ ਤੈਨੂੰ ਪੈਦਾ ਕੀਤਾ, ਇੱਕ ਦਿਨ ਉਹਨੇ ਤੈਨੂੰ ਖਤਮ ਕਰ ਦੇਣਾ। ਇਸ ਕਰਕੇ ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਆ ਜਿਹੜੇ ਲੱਖ ਕਰੋੜ ਜੇ ਸਾਂਭੇ ਹੋਏ ਨੇ ਨਾ, ਇਹ ਇੱਥੇ ਹੀ ਛੱਡ ਜਾਣੇ ਨੇ। ਮਹਿਮਾਨ ਹੀ ਮਹਿਮਾਨ ਮਜਲਸ ਆਇਆ। ਅਸੀਂ ਮਹਿਮਾਨ ਆਏ ਹੋਏ ਹਾਂ ਧਰਤੀ ਦੇ ਉੱਤੇ। ਉਹ ਗੁਰਮੁਖ ਜੀਵਨ ਨੂੰ ਪਤਾ ਹੁੰਦਾ। ਖਾਵਾਲੇ ਸੋ ਖਾਣ, ਪੀਏ ਪਿਆਇਆ। ਖਾਵਾਲੇ ਸੋ ਖਾਣ, ਖਾਵਾਲੇ ਹੁੰਦਾ ਜਿਹੜਾ ਜੀਵਨ ਵਿੱਚ ਸੰਜਮ ਰੱਖ ਕੇ ਖਾਣਾ, ਅਤੇ ਬਿਨਾਂ ਜੀਵ ਦੇ ਸਵਾਦਾਂ ਤੋਂ ਖਾਣਾ। ਜਿਹੜਾ ਜੀਵਨ ਦਾ ਸੰਜਮ ਖਾਣਾ, ਭਾਵ ਸੰਜਮ ਰੱਖ ਕੇ, ਸੰਤੋਖ ਰੱਖ ਕੇ ਖਾਣਾ। ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕਰ ਕਉ ਰੱਖ ਮਨ ਮਾਹੇ। ਭਾਵ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਖਾਣਾ। ਇਹਨੂੰ ਕਹਿੰਦੇ ਆ ਖਾਵਾਲੇ ਸੋ ਖਾਣ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਹੜਾ ਹੋਰ ਖਾਣਾ, ਜੀਵ ਦੇ ਚਸਕੇ ਲਈ ਖਾਣਾ, ਜੀਵ ਦੇ ਸਵਾਦ ਲਈ ਖਾਣਾ। ਧ੍ਰਿਗ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਇਕੱਲੇ ਖਾਣ ਲਈ ਉਹ ਜੀਣਾ ਹੈ ਨਾ। ਮਹਾਰਾਜ ਕਹਿੰਦੇ ਨੇ ਭਾਈ ਇਹ ਜੀਵਨ ਨਹੀਂ ਹੈਗਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮਹਿ ਚਲੇ ਵਿਕਾਰ। ਜਿਹੜੇ ਖਾਣ ਦੇ ਨਾਲ, ਜਿਹੜਾ ਖਾਣਾ ਖਾਣ ਦੇ ਨਾਲ ਮਨ ਵਿੱਚ ਵਾਸ਼ਨਾ ਚੱਲੇ, ਜਿਹੜਾ ਖਾਣਾ ਖਾਣ ਦੇ ਨਾਲ ਤਨ ਵਿੱਚ ਪੀੜ ਹੋਵੇ, ਜਿਹੜਾ ਖਾਣਾ ਖਾਣ ਦੇ ਨਾਲ ਸਾਡੇ ਮਨ ਵਿੱਚ ਵਿਕਾਰ ਚੱਲਣ, ਉਹ ਖਾਣਾ ਨਹੀਂ ਇਨਸਾਨ ਨੂੰ ਖਾਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਕਿ ਕਰੈ ਨਾ ਗਰਭ ਗੁਮਾਨ, ਹਸੈ ਹਸਾਇਆ। ਜਿਹੜੇ ਇੱਦਾਂ ਦੇ ਗੁਰਮੁਖ ਲੋਕ ਹੁੰਦੇ ਨੇ, ਬ੍ਰਹਮ ਗਿਆਨੀ ਲੋਕ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਰੈ ਨਾ ਗਰਭ ਗੁਮਾਨ। ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਹੁੰਦੀ ਆ ਧੂੜ। ਹੁਣ ਜੇ ਰੀਨਾ ਦਾ ਆਪਾਂ ਧੂੜ ਦਾ ਹੋਰ ਡੀਪ ਅਰਥ ਕੱਢੀਏ ਤਾਂ ਉਹ ਬਣੇਗਾ ਨਿਮਰਤਾ। ਜਦੋਂ ਕੋਈ ਇਨਸਾਨ ਹਿਰਦੇ ਵਿੱਚ ਇਹ ਧਾਰਨ ਕਰ ਲਵੇ ਕਿ ਨਿਮਰਤਾ ਹੀ ਜੀਵਨ ਆ, ਅਤੇ ਜੀਵਨ ਵਿੱਚ ਨਿਮਰਤਾ ਦਾ ਆ ਜਾਣਾ ਭਾਵ ਬ੍ਰਹਮ ਗਿਆਨ ਦਾ ਆ ਜਾਣ ਦੇ ਬਰਾਬਰ ਆ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਗਲ ਕੀ ਰੀਨਾ। ਸਗਲ ਕੀ ਰੀਨਾ, ਸਾਰਿਆਂ ਦੀ ਰੀਨਾ, ਭਾਵ ਸਾਰਿਆਂ ਦੇ ਚਰਨਾਂ ਦੀ ਧੂੜ, ਭਾਵ ਨਿਮਰਤਾ ਹੀ ਨਿਮਰਤਾ। ਜ਼ਿੰਦਗੀ ਵਿੱਚ ਨਿਮਰਤਾ ਹੀ ਨਿਮਰਤਾ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ। ਜਦੋਂ ਹੀ ਨਿਮਰਤਾ ਆਏਗੀ, ਮਹਾਰਾਜ ਕਹਿੰਦੇ ਉਹਦੇ ਨਾਲ ਹੀ ਆਤਮ ਰਸ ਆਏਗਾ। ਆਤਮ ਦਾ ਮਤਲਬ ਮਨ ਦੇ ਵਿੱਚ ਅੰਮ੍ਰਿਤ ਦਾ ਰਸ ਬਣਨਾ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਕਰੇ ਨਾ ਗਰਭ ਗੁਮਾਨ, ਉਹ ਕਦੇ ਗਰਭ ਨਹੀਂ ਕਰਦਾ। ਅਤੇ ਦੂਜਾ ਹਸੈ ਹਸਾਇਆ।
ਜਿਵੇਂ ਹੀ ਕੋਈ ਇਨਸਾਨ ਅੰਤਰਮੁਖੀ ਜਾਏਗਾ, ਜਿਵੇਂ ਹੀ ਇਨਸਾਨ ਦੀ ਬਿਰਤੀ ਅੰਤਰਮੁਖੀ ਜਾਏਗੀ ਤੇ ਉਹਨੂੰ ਇੱਕ ਗੱਲ ਦਾ ਪਤਾ ਲੱਗ ਜਾਏਗਾ ਕਿ ਜੇਕਰ ਕਦੇ ਮਜ਼ਾਕ ਉਡਾਉਣਾ ਪਵੇ ਨਾ, ਮਜ਼ਾਕ ਬੰਦੇ ਨੂੰ ਆਪਦਾ ਹੀ ਉਡਾਉਣਾ ਚਾਹੀਦਾ, ਕਿਉਂਕਿ ਦੂਜੇ ਦਾ ਮਜ਼ਾਕ ਉਡਾਉਂਦੇ ਆ ਤਾਂ ਸਾਡੀ ਬਿਰਤੀ ਦੂਸਰੇ ਇਨਸਾਨ ਦੇ ਉੱਤੇ ਹੁੰਦੀ ਆ। ਅਤੇ ਸਿਆਣੇ ਲੋਕ ਸਾਨੂੰ ਇਹ ਵੀ ਦੱਸਦੇ ਆ ਕਿ ਕਿਸੇ ਦਾ ਮਜ਼ਾਕ ਉਡਾਉਣ ਵਾਲੇ ਬਾਹਲੇ ਬੰਦੇ ਹੋਛੀ ਕਿਸਮ ਦੇ ਹੁੰਦੇ ਆ। ਜਦੋਂ ਅਸੀਂ ਕਿਸੇ ਦਾ ਮਜ਼ਾਕ ਉਡਾ ਕੇ ਅਸੀਂ ਹੱਸਦੇ ਹਾਂ, ਭਾਵ ਇਹਦਾ ਮਤਲਬ ਮੈਂ ਮੇਰਾ ਹੋਛਾਪਣ ਦਿਖਾ ਰਿਹਾ। ਅਤੇ ਉਹਨਾਂ ਗੁਰਮੁਖਾਂ ਨੂੰ ਪਤਾ ਹੁੰਦਾ ਕਿ ਜੇ ਕੋਈ ਹੱਸਣ ਵਾਲਾ ਹੈ ਤਾਂ ਤੇਰੀਆਂ ਹੀ ਕਮਜ਼ੋਰੀਆਂ ਬਹੁਤ ਨੇ, ਤੇਰੇ ਅੰਦਰ ਹੀ ਬਹੁਤ ਵੀਕਨੈਸਿਸ ਨੇ, ਤੇਰੇ ਅੰਦਰ ਹੀ ਬੜੀਆਂ ਗਲਤੀਆਂ ਨੇ, ਤੂੰ ਆਪਣੀਆਂ ਗਲਤੀਆਂ 'ਤੇ ਹੱਸ। ਕਰੈ ਨਾ ਗਰਬ ਗੁਮਾਨ ਤੇ ਹਸੈ ਹਸਾਇਆ। ਜਿਵੇਂ ਹੀ ਇਨਸਾਨ ਗਰਬ ਗੁਮਾਨ ਤੋਂ ਮੁਕਤ ਹੁੰਦਾ, ਉਹਨੂੰ ਆਪਦੀਆਂ ਕਮਜ਼ੋਰੀਆਂ 'ਤੇ ਹਾਸਾ ਆਉਣ ਲੱਗ ਜਾਂਦਾ। ਕਰੇ ਨਾ ਗਰਬ ਗੁਮਾਨ ਹਸੈ ਹਸਾਇਆ, ਪਾਹੁਨੜਾ ਪਰਵਾਨ ਕਾਜ ਸਵਾਇਆ। ਜਿਹੜੇ ਇਸ ਸੁਭਾਅ ਦੇ ਗੁਰਮੁਖ ਲੋਕ ਨੇ, ਪਾਹੁਨੜਾ ਪਰਵਾਨ, ਉਹ ਪ੍ਰਾਹੁਣਾ ਉਸ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਭਾਵ ਜਿਹੜਾ ਇਨਸਾਨ ਆਪਦੇ ਆਪ ਨੂੰ ਇਸ ਸੰਸਾਰ ਦੇ ਵਿੱਚ ਨੀਵਾਂ ਰੱਖ ਕੇ ਚੱਲਦਾ, ਕਿਉਂਕਿ ਉਹ ਆਪਣੀ ਇਸ ਸੰਸਾਰ ਦੀ ਜਿਹੜੀ ਬਾਜੀ ਆ ਉਹਨੂੰ ਜਿੱਤ ਕੇ ਚਲਾ ਜਾਂਦਾ। ਪਾਹੁਨੜਾ ਪਰਵਾਨ ਕਾਜ ਸੁਹਾਇਆ। ਕਾਜ ਹੋ ਗਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਉਹਨੂੰ ਦੇਹ ਮਿਲੀ ਹੋਈ ਸੀ, ਸਾਨੂੰ ਵੀ ਹੁਣ ਦੇਹ ਮਿਲੀ ਹੋਈ ਅੱਜ ਦੀ ਘੜੀ। ਅਸੀਂ ਵੀ ਇਸ ਧਰਤੀ ਦੇ ਉੱਤੇ ਥੋੜ੍ਹੇ ਚਿਰ ਦੇ ਲਈ ਪ੍ਰਾਹੁਣੇ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇੱਕ ਦਿਨ ਚੱਲਣਾ ਇੱਥੋਂ, ਸਰ ਪਰ ਉੱਠੀ ਚੱਲਣਾ, ਸਰ ਪਰ ਪੱਕਾ, ਡੈਫੀਨੇਟਲੀ। ਪਾਹੁਨੜਾ ਪ੍ਰਵਾਨ ਕਾਜ ਸੁਹਾਇਆ। ਅਸੀਂ ਅੱਜ ਆਪਦੇ ਆਪ ਨੂੰ ਇਹ ਚੈੱਕ ਕਰੀਏ ਕਿ ਅਸੀਂ ਆਪਦੇ ਕਾਜ ਪ੍ਰਤੀ ਸੁਹਿਰਦੇ ਹਾਂ, ਕਿ ਜਿਹੜਾ ਮਹਾਰਾਜ ਨੇ ਸਾਨੂੰ ਕਾਰਜ ਦਿੱਤਾ ਹੋਇਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੀ ਅਸੀਂ ਆਪਦੇ ਕਾਜ ਪ੍ਰਤੀ ਸੁਹਿਰਦੇ ਹਾਂ? ਕੀ ਅਸੀਂ ਜਦੋਂ ਅਸੀਂ ਪਰਮਾਤਮਾ ਕੋਲੇ ਜਾਈਏ ਅਸੀਂ ਪ੍ਰਵਾਨ ਹੋਈਏ ਅਤੇ ਸਾਡਾ ਜੀਵਨ ਪ੍ਰਵਾਨ ਹੋਵੇ? ਮਹਾਰਾਜ ਕਹਿੰਦੇ ਨੇ ਕਿ ਮਜਲਸ ਕਰ ਹੈਰਾਨ ਉੱਠ ਸਦਾਇਆ। ਉੱਠ ਸਦਾਇਆ ਮਤਲਬ ਜਦੋਂ ਸੰਸਾਰ ਛੱਡ ਕੇ ਗਏ। ਕਬੀਰ ਜੀ ਕਹਿੰਦੇ ਆ ਕਿ ਕਬੀਰਾ ਜਬ ਹਮ ਆਏ ਜਗਤ ਮਹਿ, ਜਗ ਹੱਸਾ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹੱਸੇ ਜਗ ਰੋਏ। ਅਤੇ ਕਬੀਰ ਜੀ ਅੱਗੇ ਇਹ ਵੀ ਕਹਿੰਦੇ ਨੇ ਕਿ ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ, ਜੋ ਹਾਟੇ ਹਾਟ ਵਿਕਾਏ। ਹੈ ਨਾ। ਭਾਈ ਗੁਰਦਾਸ ਜੀ ਦੀ ਵਾਰ ਗੁਰਮੁਖਾਂ ਦੀ ਜੀਵਨ ਜੁਗਤ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਮਾफ़ ਕਰਨੀਆਂ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡੇ ਜੀਵਨ ਵਿੱਚ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਅਤੇ ਜਿਵੇਂ ਹੀ ਇਹ ਗੁਰਬਾਣੀ ਦਾ ਹਿਰਦਾ ਰੂਪ ਬਣਦਾ ਜਾਏਗਾ, ਉਦੋਂ ਹੀ ਪਤਾ ਲੱਗੇਗਾ ਕਿ ਮਹਿਮਾਨ ਹਾਂ ਅਸੀਂ ਧਰਤੀ ਦੇ ਉੱਤੇ। ਅਤੇ ਮਹਿਮਾਨ ਹੁੰਦੇ ਨੇ, ਚੀਜ਼ਾਂ ਨੂੰ ਪਕੜ ਕੇ ਨਹੀਂ ਬਹਿੰਦੇ ਹੁੰਦੇ, ਹੈ ਨਾ। ਜੋ ਮਿਲਿਆ ਹੈ ਉਹਦਾ ਸ਼ੁਕਰਾਨਾ ਜਿੰਨਾ ਹੋ ਸਕੇ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਅਤੇ ਜੀਵਨ ਨੂੰ ਉਜਵਲ ਕਰਕੇ ਜਾਈਏ, ਮਸ਼ੱਕਤ ਕਾਲ ਕਰਕੇ ਜਾਈਏ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਇਸ ਸੰਸਾਰ ਤੋਂ ਜਾਈਏ ਤਾਂ ਆਪਦੇ ਮੁੱਖ ਨੂੰ ਉਜਵਲ ਕਰਕੇ ਜਾਈਏ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पाते अपर न तेरी पाते।